ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਰਾਜਨਾਥ ਦੀ ਨਸੀਹਤ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਅੱਜ 3 ਮਹੀਨੇ ਤੋਂ ਵੱਧ ਦਾ ਜਿਹੜਾ ਸਮਾਂ ਬੀਤ ਚੁੱਕਿਆ ਹੈ, ਜਿੱਥੇ ਕੇਂਦਰ ਸਰਕਾਰ ਇਹ ਗੱਲਾਂ ਮੰਨ ਗਈ ਹੈ ਵੀ ਕਿ ਇਹਨਾਂ ਕਾਨੂੰਨਾਂ 'ਚ ਕੁਝ ਕਮੀਆਂ ਨੇ ਤੇ ਉਸ ਸੋਧ ਦੀ ਲੋੜ ਹੈ, ਉੱਥੇ ਹੀ ਰਾਜਨਾਥ ਸਿੰਘ ਵੱਲੋਂ ਕੱਲ੍ਹ ਇੱਕ ਫੇਰ ਵਿਵਾਦਤ ਬਿਆਨ ਜਿਹੜਾ ਹੈਗਾ ਦਿੱਤਾ ਗਿਆ, ਜਿਸ 'ਚ ਉਹਨਾਂ ਨੇ ਕਿਹਾ ਵੀ ਕਿ ਇਹਨਾਂ ਕਾਨੂੰਨਾਂ ਨੂੰ 2 ਸਾਲ ਲਾਗੂ ਕਰਕੇ ਦੇਖ ਲਓ ਤੇ ਫਿਰ ਉਸ ਸਮੇਂ ਜਿਹੜਾ ਹੈਗਾ 2 ਸਾਲਾਂ ਬਾਅਦ ਮੁੜ ਵਿਚਾਰ ਕਰ ਲਾਂਗੇ। ਜੇ ਤੁਹਾਨੂੰ ਕਾਨੂੰਨ ਠੀਕ ਨਾ ਲੱਗੇ ਤਾਂ ਇਹ ਕਾਨੂੰਨ ਵਾਪਸ ਲੈ ਲਵਾਂਗੇ। ਤੁਸੀਂ ਰਾਜਨਾਥ ਦੀ ਇਹ ਦਲੀਲ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਅਸਲ ਦੇ ਵਿੱਚ ਇਹ ਹੈ, ਜੇ ਤਾਂ ਕੋਈ ਨਵੀਂ ਗੱਲ ਹੋਵੇ ਫਿਰ ਤਾਂ ਚਲੋ ਮੌਕਾ ਦਿੱਤਾ ਜਾ ਸਕਦਾ ਹੈ। ਅਜਮਾਇਆਂ ਨੂੰ ਬਾਰ-ਬਾਰ ਅਜਮਾਉਣ ਦਾ ਕੋਈ ਫਾਇਦਾ ਨਹੀਂ ਹੈ। ਅਸੀਂ ਨਕਲ ਹੀ ਕਰ ਰਹੇ ਹਾਂ। ਸਾਡੀ ਸਰਕਾਰ ਨੇ ਕੀ ਕੀਤਾ? ਨਕਲ ਕੀਤੀ ਹੈ ਪੂਰੇ ਦੇਸ਼ ਦੇ ਵਿੱਚ ਜੋ ਵਾਪਰਿਆ, ਈਵਨ ਸਾਡੇ ਦੇਸ਼ ਦੇ ਵਿੱਚ ਵੀ ਕਈ ਸੂਬਿਆਂ 'ਚ ਜੋ ਵਾਪਰਿਆ, ਉਹਦੇ ਤੋਂ ਹੀ ਸਾਨੂੰ ਅੰਦਾਜ਼ਾ ਲੱਗ ਸਕਦਾ। ਵੈਸੇ ਖੇਤੀ ਦਾ ਓਵਰਆਲ ਡਿਜ਼ਾਈਨ ਜਿਹੜਾ ਹੈ ਜਾਂ ਡਿਵੈਲਪਮੈਂਟ ਦਾ ਜਿਹੜਾ ਟੋਟਲ ਮਾਡਲ ਹੈ, ਵਿਕਾਸ ਦਾ ਜੋ ਤੌਰ ਤਰੀਕਾ ਹੈ, ਉਹ ਖੇਤੀ ਦੇ ਅਗੇਂਸਟ ਹੈ। ਇਸੇ ਕਰਕੇ ਉਹ ਫਾਈਨਾਂਸ ਕੈਪੀਟਲ ਦੇ ਅੱਜ ਦੇ ਦੌਰ 'ਚ ਜਿੱਥੇ ਵਿੱਤੀ ਪੂੰਜੀ ਦਾ ਸਵਾਲ ਹੈ, ਜਿਹਦੇ ਤੋਂ ਹੁਣ ਕਿਸਾਨ ਅੰਦੋਲਨ ਦੇ ਬੰਦਿਆਂ ਨੂੰ ਇਹ ਪਤਾ ਲੱਗਿਆ ਕਿ ਇਕੱਲੀ ਸਰਕਾਰ ਨਹੀਂ ਕੁਛ ਕਰ ਰਹੀ। ਸਰਕਾਰ ਤਾਂ ਕਠਪੁਤਲੀ ਵਾਂਗ ਕੇਵਲ ਚਿਹਰੇ ਦੇ ਤੌਰ ਤੇ ਗੱਲ ਕਰ ਰਹੀ ਹੈ। ਉਹਦੇ ਪਿੱਛੇ ਜਿਹੜੀ ਤਾਕਤਵਰ ਧਿਰ ਖੜੀ ਹੈ ਉਹ ਫਾਈਨਾਂਸ ਕੈਪੀਟਲ ਹੈ, ਪੂੰਜੀ ਹੈ ਬੜੇ ਵੱਡੇ ਪੱਧਰ ਤੇ। ਪੂੰਜੀ ਦੇ ਮਾਲਕਾਂ ਦੇ ਰੂਪ ਦੇ ਵਿੱਚ ਜੋ 2 ਚਿਹਰੇ ਸਾਡੇ ਸਾਹਮਣੇ ਨੇ ਉਹ ਅਡਾਨੀ ਤੇ ਅੰਬਾਨੀ ਦੇ ਰੂਪ ਦੇ ਵਿੱਚ ਨੇ। ਜੋ ਵੱਡੀਆਂ ਕੰਪਨੀਆਂ ਦੁਨੀਆ 'ਚ ਵਾਲਮਾਰਟ ਹੈ, ਕਾਰਗਿਲ ਹੈ, ਡਿਫਰੈਂਟ ਟਾਈਪ ਦੀਆਂ ਕੰਪਨੀਆਂ ਨੇ, ਮਨਸੈਂਟੋ ਬੀਜ ਦੇ ਮਾਮਲੇ 'ਚ ਹੈ, ਉਹ ਬਹੁਤ ਹੈਗੀਆਂ ਨੇ। ਹੁਣ ਖੇਤੀ ਦੇ ਸਵਾਲ ਦੇ ਉੱਤੇ ਜਿਹੋ ਜਿਹੇ ਕਾਨੂੰਨ ਅਸੀਂ ਅੱਜ ਲਾਗੂ ਕਰਨਾ ਚਾਹੁੰਦੇ ਹਾਂ, ਉਹ ਵਿਕਸਿਤ ਦੇਸ਼ ਬਹੁਤ ਪਹਿਲਾਂ ਲਾਗੂ ਕਰ ਚੁੱਕੇ ਨੇ। ਉਹ ਪਹਿਲਾਂ ਲਾਗੂ ਕਰਨ ਦਾ ਨਤੀਜਾ ਉਹਨਾਂ ਦਾ ਕੀ ਹੋਇਆ ਕਿ ਪੂਰੀ ਦੁਨੀਆ ਦੇ ਵਿੱਚ ਖੇਤੀ ਘਾਟੇ ਦਾ ਸੌਦਾ ਹੈ ਔਰ ਦੁਨੀਆ 'ਚ ਕੋਈ ਖੇਤੀ ਕਰਨਾ ਨਹੀਂ ਚਾਹੁੰਦਾ। ਵਿਕਸਿਤ ਦੇਸ਼ਾਂ 'ਚ ਕੇਵਲ 2 ਤੋਂ 5% ਲੋਕ ਖੇਤੀ 'ਚ ਰਹਿ ਗਏ ਨੇ। ਉਹਨਾਂ ਲੋਕਾਂ ਨੂੰ ਵੀ ਖੇਤੀ 'ਚ ਰੱਖਣ ਵਾਸਤੇ ਮੋਟੀਆਂ ਸਬਸਿਡੀਆਂ ਦੇਣੀਆਂ ਪੈਂਦੀਆਂ ਨੇ, ਅਰਬਾਂ ਡਾਲਰ ਦੀਆਂ, ਤਾਂ ਉੱਥੇ ਨੇ, ਔਰ ਨਹੀਂ ਤਾਂ ਉਹ ਵੀ ਖੇਤੀ ਛੱਡ ਜਾਣ। ਸਾਡੇ ਦੇਸ਼ ਦੇ ਵਿੱਚ ਵੀ ਤੁਸੀਂ ਇਹ ਜਿਹੜਾ APMC ਐਕਟ ਹੈ, ਇਹ ਬੜੀ ਵਾਰ ਦਲੀਲ 'ਚ ਆ ਜਾਂਦਾ ਹੈ। ਜਿਹੜਾ ਸਾਡੇ ਸਾਹਮਣੇ ਸੂਬਿਆਂ ਦੇ ਐਕਟ 2006 'ਚ ਬਿਹਾਰ 'ਚ ਟੁੱਟ ਚੁੱਕੇ ਆ ਤੇ ਤੁਸੀਂ ਬਾਕੀ ਸੂਬਿਆਂ ਦੇ ਵਿੱਚ ਲਗਭਗ ਇਹੋ ਜਿਹੇ ਕਾਨੂੰਨ ਦੇ ਤਹਿਤ ਪਹਿਲਾਂ ਹੀ ਜਿੱਥੇ ਮਰਜ਼ੀ ਵੇਚੇ ਕਿਸਾਨ, ਕੋਈ ਉਹਨੂੰ ਸਮੱਸਿਆ ਨਹੀਂ ਸੀ, ਉਹ ਜੋ ਮਰਜ਼ੀ ਕਰੇ। ਔਰ ਤੁਸੀਂ ਜਦੋਂ ਉਹਨਾਂ ਸੂਬਿਆਂ ਦਾ ਤੇ ਜਿੱਥੇ ਕਿਤੇ ਤੁਸੀਂ ਘੱਟੋ ਘੱਟ ਇਹ APMC ਐਕਟ ਦੇ ਤਹਿਤ ਖਰੀਦ ਦੀ ਗਰੰਟੀ ਦਾ ਗੱਲ ਕੀਤੀ ਹੋਈ ਹੈ, ਜਿੱਥੇ ਰਾਜਾਂ ਦਾ ਆਪਣਾ ਅਧਿਕਾਰ ਸੀਗਾ, ਉੱਥੇ ਦੇ ਫਾਰਮਰ ਦੀ ਆਮਦਨ ਜਾਂ ਉਹਦਾ ਜਿਹੜਾ ਲਾਈਫ ਸਟਾਈਲ ਹੈ ਜਾਂ ਜਿਉਣ ਦਾ ਜਿਹੜਾ ਤਰੀਕਾ ਹੈ, ਤੇ ਦੂਜਿਆਂ ਦਾ ਪਹਿਲਾਂ ਹੀ ਪਾੜਾ ਤੁਸੀਂ ਸਾਹਮਣੇ ਦੇਖ ਸਕਦੇ ਹੋ। ਤੁਸੀਂ ਕੀ ਬਿਹਾਰ ਦੀ ਤਰ੍ਹਾਂ ਹੀ ਹਰਿਆਣਾ, ਪੰਜਾਬ ਤੇ ਪੱਛਮੀ ਯੂਪੀ ਦਾ ਕਿਸਾਨ, ਜਿੱਥੇ ਪਹਿਲਾਂ ਤੋਂ ਖਰੀਦ ਹੁੰਦੀ ਹੈ ਕਣਕ ਝੋਨੇ ਦੀ, ਉਹੋ ਜਿਹਾ ਬਣਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ? ਤੇ ਬਾਕੀ ਫਸਲਾਂ ਦਾ ਵੀ ਤੁਹਾਡੇ ਸਾਹਮਣੇ ਹੈ। ਹੁਣ ਤੁਸੀਂ ਕਹਿੰਦੇ ਹੋ ਵੀ ਆਪਣੇ ਆਪ ਹੀ MSP ਤੇ ਖਰੀਦੀ ਜਾਓ ਬਾਹਰ ਦੀ ਮੰਡੀ ਜਿਹੜੀ ਹੈ, ਬਾਹਰ ਦੀ ਮੰਡੀ 'ਚ ਤਾਂ ਪਹਿਲਾਂ ਹੀ ਮੱਕੀ 600 ਤੋਂ 800 ਮਿਲਦੀ ਹੈ, 1850 ਰੁਪਏ ਵਿਕਦੀ ਸੀ। ਫਿਰ ਤੁਸੀਂ ਕੰਟਰੈਕਟ ਫਾਰਮ ਦੀ ਗੱਲ ਕਰਦੇ ਹੋ। ਕੰਟਰੈਕਟ ਫਾਰਮਿੰਗ ਦਾ ਐਕਟ ਤੁਸੀਂ ਨਵਾਂ ਨਹੀਂ ਕੋਈ ਬੰਨ, ਇਹਦੇ 'ਚ ਕੁਝ ਚੀਜ਼ਾਂ ਪਹਿਲਾਂ ਵੀ ਨੇ। ਸਾਡੇ ਕੋਲ ਗੰਨੇ ਤੇ ਕੰਟਰੈਕਟ ਫਾਰਮਿੰਗ ਦਾ ਆਲਰੇਡੀ ਕੰਟਰੈਕਟ ਹੋ ਰਿਹਾ ਲਗਾਤਾਰ, ਔਰ ਗੰਨਿਆਂ ਦਾ ਸ਼ੂਗਰ ਮਿਲ ਮਾਲਕ ਕਿਸਾਨਾਂ ਨਾਲ ਕੰਟਰੈਕਟ ਕਰਦਾ ਹੈ। 1966 ਦਾ ਸ਼ੂਗਰ ਕੰਟਰੋਲ ਆਰਡਰ ਲਾਗੂ ਵੀ ਹੈ ਤੇ ਉਹਦੇ 'ਚ ਇਹ ਕਿਹਾ ਗਿਆ ਕਿ ਜੇ 14 ਦਿਨ ਤੱਕ ਪੇਮੈਂਟ ਕਿਸਾਨ ਦੀ ਗੰਨੇ ਦੀ ਨਹੀਂ ਹੁੰਦੀ ਤਾਂ ਉਦੋਂ ਬਾਅਦ 15% ਵਿਆਜ ਦੇ ਨਾਲ ਪੇਮੈਂਟ ਕਰਨੀ ਹੋਵੇਗੀ। ਜੇ ਉਹ ਨਹੀਂ ਕਰਦਾ ਤਾਂ ਡਿਪਟੀ ਕਮਿਸ਼ਨਰ ਨੂੰ ਇਹ ਹੱਕ ਹੈ ਕਿ ਉਹ ਸੰਬੰਧਿਤ ਮਿੱਲ ਮਾਲਕਾਂ ਦੀ ਜਾਇਦਾਦ ਅਟੈਚ ਕਰਕੇ ਵੀ ਕਿਸਾਨਾਂ ਨੂੰ ਪੈਸੇ ਦਵਾਊਗਾ। ਇੱਕ ਵੀ ਦੇਸ਼ ਰਾਜਨਾਥ ਜੀ ਦੱਸਣ, ਇੱਕ ਵੀ ਸੂਬਾ ਇਸ ਦੇਸ਼ ਦੇ ਵਿੱਚ ਜਿਹਨੂੰ 14 ਦਿਨ ਦੇ ਅੰਦਰ ਪੇਮੈਂਟ ਮਿਲਦੀ ਹੋਵੇ, ਜਾਂ ਜਿਹਨੂੰ 6 ਮਹੀਨੇ ਸਾਲ ਬਾਅਦ ਮਿਲੀ ਹੈ ਤੇ ਉਹਨੂੰ ਵਿਆਜ ਸਮੇਤ ਮਿਲੀ ਹੋਵੇ, ਤਾਂ ਉਹ ਕੰਟਰੈਕਟ ਕਿੱਥੇ ਹੈ? ਇਸ ਲਈ ਕੰਟਰੈਕਟ ਤੋਂ ਬਰਾਬਰ ਆਉਣਾ ਚਾਹੁੰਦਾ, ਬਾਕੀ 'ਚ ਨਹੀਂ। ਇੱਕ ਇਹਨੂੰ ਲਾਗੂ ਕਰਕੇ ਕਿਵੇਂ ਦੇਖ ਲਓ, ਜਿਹੜਾ ਸਭ ਨੂੰ ਪਤਾ ਹੈ ਕਿ ਤੁਸੀਂ ਜਿਹੜਾ ਜ਼ਰੂਰੀ ਵਸਤਾਂ ਦਾ ਭੰਡਾਰ ਹੈ ਉਹਦੀ ਖੁੱਲੀ ਛੁੱਟੀ ਦੇਤੀ, ਜਿੰਨੀਆਂ ਮਰਜ਼ੀ ਕੋਈ ਕਰਕੇ ਰੱਖੇ। ਇਹ ਤਾਂ ਗਰੀਬ ਆਦਮੀ ਦਾ ਗਲ ਘੁੱਟ ਦੂਗਾ, ਕਿਸਾਨ ਛੱਡੋ। ਇਹਦੇ 'ਚ ਤਾਂ ਉਹ ਆਰਜੀ ਮਹਿੰਗਾਈ ਜਿੰਨੀ ਮਰਜ਼ੀ ਪੈਦਾ ਕਰ ਸਕਣਗੇ। ਇੱਕ ਜਾਇੰਟ ਕੰਪਨੀ ਸਾਰੇ ਦਾ ਸਾਰਾ ਤੁਹਾਡਾ ਸਟੋਰ ਕਰਕੇ ਲੈ ਜਾਊਗੀ, ਤੇ ਇਹਦੇ 'ਚ ਦੇਖਣ ਵਾਲੀ ਕਿਹੜੀ ਗੱਲ ਹੈ, ਇਹਦੇ 'ਚ ਅਜਮਾਉਣ ਵਾਲੀ ਕਿਹੜੀ ਗੱਲ ਹੈ? ਬਾਕੀ ਦੀਆਂ ਚੀਜ਼ਾਂ ਅਜਮਾਈਆਂ ਪਹਿਲਾਂ ਹੀ ਜਾ ਚੁੱਕੀਆਂ ਨੇ, ਕੋਈ ਨਵੀਂ ਗੱਲ ਨਹੀਂ। ਸਾਡੇ ਦੇਸ਼ ਦੇ ਵਿੱਚ ਵੀ ਔਰ ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਕੱਟ ਪੇਸਟ ਕੀਤਾ ਹੈ। ਤੁਹਾਨੂੰ ਕੇਵਲ ਇਹ ਦੱਸਿਆ ਗਿਆ ਕਿਉਂਕਿ ਪਹਿਲਾਂ ਹੀ ਅਡਾਨੀ
ਦੇ ਇੱਥੇ ਸਾਈਲੋ ਮੋਗੇ ਦੇ ਵਿੱਚ 2 ਲੱਖ ਟਨ ਦਾ ਪਹਿਲਾਂ ਬਣਿਆ ਹੋਇਆ ਕੁਇੰਟਲ ਦਾ, ਤੇ ਉਦੋਂ ਬਾਅਦ ਆ ਠੇਕੇ ਤੇ ਲੈ ਲੈਣੇ ਕਿ ਨਹੀਂ, ਪਹਿਲਾਂ ਇੱਕ ਆਧਾਰ ਬਣ ਜਾਂਦਾ, ਉਦੋਂ ਬਾਅਦ ਤੁਹਾਨੂੰ ਕਾਨੂੰਨ ਦਿੱਤਾ ਜਾਂਦਾ ਕਿ ਤੁਸੀਂ ਕਾਨੂੰਨ ਇਹ ਬਣਾ ਲਓ। ਔਰ ਜੇਕਰ ਕੋਈ ਇਹ ਕਹਿੰਦਾ ਇਦੋਂ ਪਹਿਲਾਂ ਇਸੇ ਅੰਦੋਲਨ ਦੇ ਵਿੱਚ ਜਥੇਬੰਦੀਆਂ ਇਹ ਵੀ ਕਹਿੰਦੀਆਂ ਰਹੀਆਂ ਨੇ ਕਿ ਤੁਸੀਂ ਇਹਨਾਂ ਹੀ ਕਾਨੂੰਨਾਂ ਨੂੰ ਜਿਹੜੇ ਸੂਬੇ ਮੰਨਦੇ ਨੇ ਉਹਨਾਂ 'ਚ ਲਾਗੂ ਕਰਕੇ ਦੇਖ ਲਓ, ਜਿਹੜੇ ਨਹੀਂ ਮੰਨਦੇ ਨਹੀਂ ਕਰਦੇ, ਜੇ ਉਹਨਾਂ ਦਾ ਤਜਰਬਾ ਇਹਨਾਂ ਨੂੰ ਵਧੀਆ ਹੋਇਆ ਇਹ ਆਪ ਹੀ ਕਹਿ ਦੇਣਗੇ ਸਾਨੂੰ ਵੀ ਉਹਦੇ 'ਚ ਲਿਆਓ। ਬਿਲਕੁਲ ਰਾਜਨਾਥ ਵਾਲੀ ਉਸ ਦਲੀਲ ਨਾਲੋਂ ਤਾਂ ਇਹ ਬਿਹਤਰ ਸੀ। ਉਹ ਇਹ ਕਹਿ ਦਿੰਦੇ ਵੀ ਜਿਹੜੇ ਸੂਬਿਆਂ ਦੇ ਨੂੰ ਪੁੱਛਦੇ ਆ ਅਸੀਂ, ਜਿਹੜਾ ਸੂਬਾ ਇਹਨੂੰ ਲਾਗੂ ਨਹੀਂ ਕਰਨਾ ਚਾਹੁੰਦਾ ਉਹ ਸੂਬਾ ਨਾ ਕਰੇ, ਉਹਦਾ ਹੱਕ ਹੈ, ਕਿਉਂਕਿ ਖੇਤੀ ਸੂਬਿਆਂ ਦਾ ਹੱਕ ਹੈ, ਤੁਹਾਡਾ ਨਹੀਂ ਹੈ। ਤੁਸੀਂ ਮਾਡਲ ਐਕਟ ਬਣਾਉਂਦੇ ਆਪਣੀਆਂ ਸਰਕਾਰਾਂ ਵਾਲੇ ਸੂਬਿਆਂ 'ਚ ਸੂਬਾ ਸਰਕਾਰਾਂ ਤੋਂ ਬਣਵਾ ਲੈਂਦੇ, ਘੱਟੋ ਘੱਟ ਸੰਵਿਧਾਨਕ ਤੌਰ ਤੇ ਤਾਂ ਦਰੁਸਤ ਰਹਿੰਦੇ। ਹੁਣ ਤਾਂ ਤੁਸੀਂ ਸੰਵਿਧਾਨਕ ਤੌਰ ਤੇ ਵੀ ਦਰੁਸਤ ਨਹੀਂ ਹੋ, ਕਿਉਂਕਿ ਕੇਂਦਰ ਸਰਕਾਰ ਇਹ 'ਚ ਦਖਲ ਦੇ ਹੀ ਨਹੀਂ ਸਕਦੀ। ਇਹਨਾਂ ਕਾਨੂੰਨਾਂ ਨੂੰ ਕਿਵੇਂ ਮੰਨ ਲਿਆ ਜਾਵੇ ਜਿਹੜਾ ਗੈਰ ਸੰਵਿਧਾਨਕ ਹੈ? ਪਹਿਲਾਂ ਜਾਂ ਸੰਵਿਧਾਨ ਦੀ ਵਿਆਖਿਆ ਕਰਾ ਲਓ ਤੁਸੀਂ ਸੁਪਰੀਮ ਕੋਰਟ ਜਾ ਕੇ, ਤੁਸੀਂ ਕਹੋ ਸੁਪਰੀਮ ਕੋਰਟ ਨੂੰ ਕਹਿੰਦੀ ਡੇ ਟੂ ਡੇ ਤੇ ਸੁਣਵਾਈ ਹੋਵੇ, ਤੁਸੀਂ ਦੱਸ ਦਿਓ ਵੀ ਅਸੀਂ ਕਰ ਸਕਦੇ ਹਾਂ ਜਾਂ ਨਹੀਂ, ਤੁਸੀਂ ਇਹ ਵੀ ਨਹੀਂ ਕਰ ਰਹੇ। ਤੁਸੀਂ ਜਿਹੜੀਆਂ ਰੇਟਾਂ ਪਵਾ ਰਹੇ ਹੋ ਉਹ ਰੇਟਾਂ ਇਹ ਪਵਾ ਰਹੇ ਹੋ ਕਿ ਅਸੀਂ ਧਰਨਾ ਦੇਣਾ ਠੀਕ ਨਹੀਂ, ਲੋਕ ਇੱਥੇ ਪਰੇਸ਼ਾਨ ਹੁੰਦੇ ਨੇ, ਇਹ ਕਿਸਾਨਾਂ ਨੂੰ ਵਾਪਸ ਭੇਜਿਆ ਜਾਏ। ਇਸ ਲਈ ਰਾਜਨਾਥ ਸਿੰਘ ਦੀ ਜਿਹੜੀ ਨਸੀਹਤ ਹੈ ਇਹ 'ਚ ਕੋਈ ਨਵਾਂਪਣ ਨਹੀਂ ਹੈ, ਇਹ ਉਹੀ ਪੁਰਾਣੀਆਂ ਚੀਜ਼ਾਂ ਨੂੰ ਬਾਰ-ਬਾਰ ਕਹਿਣ ਦਾ ਤਰੀਕਾ। 2 ਸਾਲ ਦੇ ਉਹਨਾਂ ਨੂੰ ਇਹ ਵੀ ਸਾਡਾ ਕੰਮ ਚੱਲੇ, ਉਦੋਂ ਬਾਅਦ ਇਹ ਅੰਦੋਲਨ ਇੱਕ ਵਾਰ ਠੰਡਾ ਪਵੇ, ਫਿਰ ਚੱਲ ਕਿਹਨੇ ਸੁਣਨਾ। ਤੁਸੀਂ ਤਾਂ ਅੱਜ ਤੱਕ ਦੇਖਿਆ ਨੋਟਬੰਦੀ ਦੇਖ ਲਈ, ਉਹਦਾ ਨਤੀਜਾ ਨਹੀਂ ਪਤਾ ਲੱਗਿਆ, ਫਿਰ ਤੁਸੀਂ ਕੀ ਮਾਫੀ ਮੰਗੀ ਦੇਸ਼ ਤੋਂ? GST ਦੇਖ ਲਈ, ਉਹਦਾ ਨਤੀਜਾ ਨਹੀਂ ਤੁਹਾਨੂੰ ਪਤਾ ਲੱਗ ਰਿਹਾ, ਤੁਸੀਂ ਦੇਸ਼ ਤੋਂ ਤੁਸੀਂ ਉਹਦੇ 'ਚ ਕੋਈ ਬਦਲਾਅ ਕਰ ਰਹੇ ਹੋ। ਨਾਗਰਿਕ ਸੋਧ ਬਿੱਲ ਦੇਖ ਲਿਆ, ਉਹਦਾ ਤੁਸੀਂ ਸੁਧਾਰ ਕਰ ਰਹੇ ਹੋ। ਸੁਧਾਰ ਕਰਨ ਦਾ ਤਾਂ ਤਰੀਕਾ ਹੀ ਨਹੀਂ ਹੈ, ਸਗੋਂ ਵਿਗਾੜ ਕਰਨ ਦਾ ਤਰੀਕਾ ਸੁਧਾਰਾਂ ਦੇ ਨਾਮ ਤੇ। ਇਹ ਸਭ ਤੋਂ ਵੱਡਾ ਸਵਾਲ ਹੈ। ਜਿਹੜੀਆਂ ਇਹ ਨਸੀਹਤਾਂ ਨੇ ਇਹ ਬਾਰ-ਬਾਰ ਕੰਮ ਨਹੀਂ ਦਿੰਦੀਆਂ। ਇਹੀ ਗੱਲ ਆਰਗੂਮੈਂਟ 'ਚ ਤੁਹਾਡੇ ਮੰਤਰੀਆਂ ਨਾਲ ਕਿਸਾਨ ਲੀਡਰ ਕਰ ਚੁੱਕੇ ਨੇ, ਇਹੀ ਸਾਰੇ ਦੇਸ਼ ਦੇ ਵਿੱਚ ਚਰਚਾ ਪਹਿਲਾਂ ਹੀ ਹੋ ਰਹੀ ਹੈ। ਤੁਸੀਂ ਇਸ ਸੁਝਾਅ ਨੂੰ ਹੋਰ ਮਲੰਮਾ ਚਾੜ ਕੇ ਦੁਬਾਰਾ ਲਿਆਓਗੇ, ਉਹਦਾ ਕੋਈ ਮਤਲਬ ਨਹੀਂ ਬਚਣਾ। ਹਮੀਰ ਸਿੰਘ ਜੀ, ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਜਿਹੜਾ ਨਿੱਤ ਭਖਦਾ ਜਾ ਰਿਹਾ, ਤੇ ਇਸੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਵਾਰ ਫਿਰ ਮਨ ਕੀ ਬਾਤ ਜਿਹੜੀ ਹੈ ਕੀਤੀ ਗਈ, ਜਿਹਦਾ ਕਿਸਾਨਾਂ ਨੇ ਦੇਸ਼ ਭਰ ਦੇ ਵਿੱਚ ਵਿਰੋਧ ਕੀਤਾ। ਮਨ ਦੀ ਬਾਤ ਤੇ ਪੈਰਲਰ ਜਿਹੜਾ ਹੈਗਾ ਥਾਲੀਆਂ ਖੜਕਾ ਕੇ ਆਪਣਾ ਵਿਰੋਧ ਦਰਜ ਕਰਵਾਇਆ। ਇਸ ਮਨ ਕੀ ਬਾਤ ਪ੍ਰੋਗਰਾਮ 'ਚ ਐਤਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀ ਨਵੀਂ ਗੱਲ ਕੀਤੀ? ਨਵੀਂ ਗੱਲ ਕੀ ਹੈ? ਅਸਲ 'ਚ ਇਹ ਉਸੇ ਸ਼ਖਸ ਦਾ ਤਰੀਕਾ ਹੁੰਦਾ ਹੈ ਜਿਹੜਾ ਕਹਿੰਦਾ ਜੋ ਮੇਰੇ ਮਨ 'ਚ ਆ ਗਿਆ ਮੈਂ ਉਹੀ ਦੱਸਣਾ ਹੈ, ਲੋਕਾਂ ਦੀ ਤਾਂ ਪਤਾ ਹੀ ਨਹੀਂ, ਲੋਕ ਜੋ ਮਰਜ਼ੀ ਕਰਦੇ ਰਹਿਣ, ਔਰ ਨਾ ਉਹਦਾ ਦੀ ਕਦੇ ਸੁਣਨੀ ਹੈ। ਇਸੇ ਕਰਕੇ ਅੱਜ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਆਹ 4 ਰਾਜਾਂ ਦੇ ਵਿੱਚ ਬਾਘਾਂ ਦੀ ਜਿਹੜੀ ਗਿਣਤੀ ਵੱਧ ਗਈ ਹੈ। ਮੈਂ ਨਹੀਂ ਕਹਿੰਦਾ ਕਿ ਬਾਘਾਂ ਦੀ ਗਿਣਤੀ ਨਾ ਵਧੇ, ਕਿਉਂਕਿ ਇਹ ਸਾਰਾ ਸਵਾਲ ਵੀ ਬੜੇ ਡਿਵੈਲਪਮੈਂਟ ਦੇ ਮਾਡਲ ਨਾਲ ਜੁੜਿਆ ਹੋਇਆ ਹੈ। ਉਹਦੇ 'ਚ ਵੀ ਖੱਲਾਂ ਲਾ ਕੇ ਜਿਹੜੇ ਲੋਕ ਬਿਜ਼ਨਸ ਕਰਦੇ ਨੇ, ਜਿਨ੍ਹਾਂ ਨੂੰ ਸਰਕਾਰਾਂ ਖੁੱਲੀਆਂ ਛੁੱਟੀਆਂ ਦਿੰਦੀਆਂ ਨੇ, ਬਾਘਾਂ ਨੂੰ ਵੀ ਉਹ ਮਾਰਦੀਆਂ ਨੇ, ਤੁਸੀਂ ਉਹਨਾਂ ਗੱਲਾਂ ਨੂੰ ਤਾਂ ਚੈੱਕ ਨਹੀਂ ਕਰਦੇ ਕਿਸੇ ਵੀ ਰੂਪ ਦੇ ਵਿੱਚ। ਇਹ ਸਾਰਾ ਕੁਦਰਤ ਵਿਰੋਧੀ ਤੇ ਮਨੁੱਖ ਵਿਰੋਧੀ ਵਿਕਾਸ ਦੇ ਮਾਡਲ ਦਾ ਤਰੀਕਾ ਕਿ ਤੁਸੀਂ ਚੀਜ਼ਾਂ ਇੰਨੀਆਂ ਘਟਾ ਦਿੰਦੇ ਹੋ ਜਾਂ ਵਧਾ ਦਿੰਦੇ ਹੋ ਤੇ ਮੁੜ ਕੇ ਆਪਦੇ ਆਪ ਨੂੰ ਇਹ ਕੋਸ਼ਿਸ਼ ਕਰਦੇ ਹੋ ਕਿ ਦੇਖੋ ਅਸੀਂ ਸਫਲਤਾ ਹਾਸਲ ਕਰ ਲਈ। ਤੇ ਅਗਲੀ ਗੱਲ ਪ੍ਰਧਾਨ ਮੰਤਰੀ ਇਹ ਬੋਲਦੇ ਨੇ ਕਿ ਤੁਸੀਂ ਸਵਦੇਸੀ ਅਪਣਾਓ, ਤੁਸੀਂ ਦੇਸੀ ਵਸਤਾਂ ਖਰੀਦੋ ਤੇ ਦੇਸੀ ਹੀ ਸਾਰਾ ਕੰਮ ਕਰੋ। ਤੇ ਕੀ ਇਹ ਦੇਸੀ ਨੇ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ? ਹੁਣ ਅਡਾਨੀ ਦੇਸੀ ਹੈ, ਤੁਸੀਂ ਆਸਟ੍ਰੇਲੀਆ ਦੇ ਵਿੱਚ ਉਹਨੂੰ ਠੇਕਾ ਦਵਾ ਕੇ ਆਉਂਦੇ ਹੋ, ਆਸਟ੍ਰੇਲੀਆ ਦੇ ਲੋਕ ਉਹਦਾ ਵਿਰੋਧ ਕਰਦੇ ਨੇ। ਕੀ ਅੰਬਾਨੀ ਦੇਸੀ ਹੈ? ਕੀ ਉਹ ਕਾਰਪੋਰੇਟ ਨਹੀਂ ਹੈ ਐਡਾ ਵੱਡਾ ਕਿ ਬਾਕੀ ਦੇਸ਼ਾਂ ਦੇ ਵਿੱਚ ਵੀ ਉਹ ਉਵੇਂ ਇਨਵੈਸਟ ਕਰਦਾ ਜਿਵੇਂ ਨਹੀਂ ਹੈ? ਇਸ ਲਈ ਜਿਹੜੇ ਕਾਰਪੋਰੇਟ ਫਾਈਨਾਂਸ ਦਾ ਸਵਾਲ ਹੈ, ਤੁਹਾਡੇ ਜਿਹੜੇ ਬੰਦੇ ਨੇ ਉਹ ਮੁਨਾਫੇ ਤੇ ਨਿਰਭਰ ਨੇ, ਇਕੱਲਾ ਉਹਨੂੰ ਇੱਥੇ ਮੁਨਾਫਾ ਵੱਧ ਮਿਲੂਗਾ ਤਾਂ ਉਹ ਇੱਥੇ ਲਾ ਦੇਗਾ, ਨਹੀਂ ਤਾਂ ਕਿਤੇ ਹੋਰ ਚਲਾ ਜਾਏਗਾ। ਅਗਲੀ ਗੱਲ ਇਹ ਹੈ ਕਿ ਤੁਸੀਂ ਕਹਿਤਾ ਕਿ ਦੇਸੀ ਚੀਜ਼ਾਂ ਪੈਦਾ ਵੀ ਕਰੋ, ਕੁਆਲਿਟੀ ਵੀ ਲਿਆਓ ਤੇ ਲੋਕ ਖਰੀਦਣ ਵੀ ਇਹੀ। ਠੀਕ ਹੈ, ਸਲੋਗਨ ਦੇ ਤੌਰ ਤੇ ਹੋ ਸਕਦਾ, ਪਰ ਤੁਹਾਡੀ ਸਰਕਾਰ ਨੇ ਕੀ ਕੀਤਾ? ਤੁਹਾਡੀ ਸਰਕਾਰ ਨੇ ਕੀ ਕੀਤਾ ਕਿ ਹਥਿਆਰ ਬਣਾਉਣ 'ਚ ਵੀ 100% ਫੋਰਨ ਡਾਇਰੈਕਟ ਇਨਵੈਸਟਮੈਂਟ ਹੋ ਸਕੇਗੀ, ਵਿਦੇਸ਼ੀ ਪੂੰਜੀ ਆਏਗੀ। ਤੁਸੀਂ ਖੁਰਾਕੀ ਮਾਮਲਿਆਂ ਤੇ ਵੀ ਇਹ ਕੀਤਾ, ਪਰਚੂਨ ਦੇ ਮਾਮਲੇ ਦੇ ਵਿੱਚ ਵੀ 100% ਵਿਦੇਸ਼ੀ ਪੂੰਜੀ ਆ ਸਕੂਗੀ। ਤੁਸੀਂ ਵਿਦਿਆ ਦੇ ਮਾਮਲੇ 'ਚ ਕੀਤਾ ਕਿ ਯੂਨੀਵਰਸਿਟੀਆਂ ਦੇ ਮਾਮਲੇ 'ਚ ਸਿੱਧਾ 100% ਤੁਸੀਂ ਆਪਣੀਆਂ ਯੂਨੀਵਰਸਿਟੀਆਂ ਖੋਲ੍ਹ ਦੇਵੋਗੇ। ਦਰਵਾਜ਼ੇ ਤਾਂ ਦੁਨੀਆ ਦੀ ਕੈਪੀਟਲ ਲਈ ਪੂੰਜੀ ਲਈ ਖੋਲ੍ਹ ਰਹੇ ਹੋ, ਉਹੀ ਬੋਲਬਾਣੀ ਦੇ ਤੌਰ ਤੇ ਨਸੀਹਤ ਲੋਕਾਂ ਨੂੰ ਦੇਸੀ ਦੀ ਦੇ ਰਹੇ ਹੋ। ਇਹ ਗੱਲਾਂ ਦਾ ਕੋਈ ਮਤਲਬ? ਤੁਸੀਂ ਤਾਂ ਬੁੱਤ ਤੱਕ ਸਰਦਾਰ ਪਟੇਲ ਦਾ ਚਾਈਨਾ ਤੋਂ ਬਣਵਾ ਕੇ ਲਿਆਂਦਾ, ਹਜ਼ਾਰਾਂ ਕਰੋੜ ਰੁਪਇਆ ਲਾਤਾ ਹੈ। ਤੁਸੀਂ ਹਰ ਚੀਜ਼ ਵਿਦੇਸ਼ ਤੋਂ ਉਹ ਕਰਦੇ ਹੋ ਤੇ ਲੋਕਾਂ ਨੂੰ ਇੱਕ ਲੈਵਲ ਦਾ ਛਲਾਵਾ ਦੇਣ ਦੇ ਲਈ ਤੁਸੀਂ ਦੇਸੀ ਦੀ ਗੱਲ ਕਰਦੇ ਹੋ, ਤੇ ਦੇਸੀ ਵਾਲਾ ਉਹ ਜਿਹਾ ਤਾਣਾ ਬਾਣਾ ਹੈ ਨਹੀਂ ਹੈ। ਔਰ ਇਸੇ ਕਰਕੇ ਇਹ ਹੈ ਕਿ ਐਡੇ ਭਖੇ ਹੋਏ ਮਾਹੌਲ ਦੇ ਵਿੱਚ ਸਭ ਤੋਂ ਜੇ ਕੋਈ ਨੰਬਰ 1 ਮੁੱਦਾ ਇਸ ਸਮੇਂ ਹੈ ਤਾਂ ਉਹ ਕਿਸਾਨ ਅੰਦੋਲਨ ਦੇ ਰੂਪ 'ਚ। ਪ੍ਰਧਾਨ ਮੰਤਰੀ ਦੀ ਜ਼ੁਬਾਨ 'ਚੋਂ ਇੱਕ ਸ਼ਬਦ ਨਾ ਨਿਕਲੇ
ਇਹ ਕਿਹਦੇ ਮਨ ਦੀ ਬਾਤ ਹੈ? ਇਹਦਾ ਮਤਲਬ ਉਹਦੇ ਮਨ ਤੱਕ ਗਿਆ ਨਹੀਂ ਅਜੇ ਅੰਦੋਲਨ। ਤੇ ਇਹ ਇੱਕ ਇਸ ਲੈਵਲ ਦੇ ਲੀਡਰ ਦੀ ਛਵੀ ਬਣਾਉਂਦਾ ਹੈ, ਜਿਹੜਾ ਲੀਡਰ ਆਪਣੀ ਮਨਮਸਤੀ 'ਚ ਰਹਿੰਦਾ ਹੈ, ਜਿਹੜਾ ਅੱਖਾਂ ਖੋਲ ਕੇ ਤੇ ਦਿਮਾਗ ਖੋਲ ਕੇ ਜਾਂ ਤਾਂ ਰੱਖਦਾ ਨਹੀਂ, ਉਹਨੂੰ ਪਤਾ ਨਹੀਂ ਹੈ, ਜੇ ਪਤਾ ਹੈ ਤਾਂ ਉਹਦੀ ਨੀਅਤ ਠੀਕ ਨਹੀਂ ਹੈ। ਤੁਹਾਨੂੰ ਪਤਾ ਹੋਣ ਦੇ ਬਾਵਜੂਦ ਤੁਸੀਂ ਨਾ ਸਮਝ ਬਣਦੇ ਹੋ ਕਿ ਮੈਂ ਇਹ 'ਤੇ ਗੱਲ ਨਹੀਂ ਕਰਨੀ, ਉਹਦੇ 'ਤੇ ਗੱਲ ਕਰੋ ਕਿ ਕਿਸਾਨਾਂ ਦਾ ਆਹ ਅੰਦੋਲਨ ਹੈ, ਮੇਰਾ ਕੀ ਫਰਜ਼ ਬਣਦਾ, ਮੈਂ ਕੀ ਕਹਿਣਾ ਚਾਹੁੰਦਾ। ਔਰ ਜਿਹੜੇ ਤੁਹਾਡੇ ਚੀਫ ਮਿਨਿਸਟਰ ਤੁਸੀਂ ਲਾਏ ਨੇ ਕਿਸਾਨਾਂ ਨਾਲ ਗੱਲ ਕਰਨ ਲਈ ਟੈਲੀਫੋਨਾਂ 'ਤੇ, ਕਿ ਤੈਨੂੰ ਤੇਰੀ ਆਮਦਨ ਦੁੱਗਣੀ ਹੋਊਗੀ, ਤੈਨੂੰ ਬਿੱਲ ਕਿਹੋ ਜਿਹੇ ਲੱਗਦੇ ਨੇ, ਖੁੱਲੀ ਛੱਡੋ ਨਾ ਉਸ ਰੇਂਜ ਨੂੰ, ਤੁਹਾਨੂੰ ਫੀਲਡ 'ਚੋਂ ਸਵਾਲ ਕਰਨ ਲੋਕ, ਤੇ ਉਹਨੂੰ ਓਪਨ ਕਰੋ। ਆਪਣੇ ਉਹੋ ਜਿਹੇ ਬੰਦਿਆਂ ਨੂੰ ਨਾ ਗੱਠੋ ਜਿਹੜਾ ਤੁਸੀਂ ਲਿਆ ਕੇ ਬਿਠਾਤਾ। ਤੁਸੀਂ ਕਹੋ ਕਿ ਅੱਜ ਦੀਆਂ ਲਾਈਨਾਂ ਖੁੱਲੀਆਂ ਰਹਿਣਗੀਆਂ, ਤੁਹਾਡੇ ਨਾਲ ਲੋਕ ਗੱਲ ਕਰਨਗੇ, ਤੁਸੀਂ ਉਹਨਾਂ ਦਾ ਸਵਾਲਾਂ ਦਾ ਜਵਾਬ ਦਿਓਗੇ। ਪ੍ਰਧਾਨ ਮੰਤਰੀ ਖੋਲ੍ਹ ਲੈ 2 ਦਿਨ ਆਪਣੀਆਂ ਲਾਈਨਾਂ, ਤੇ ਲੋਕਾਂ ਦੇ ਮਨ ਦੀ ਬਾਤ ਨੂੰ ਪਤਾ ਲੱਗ ਜਾਏਗੀ, ਉਦੋਂ ਬਾਅਦ ਜਵਾਬ ਦੇ ਦੇਵੇ। ਪਰ ਕਿਉਂਕਿ ਲੋਕਾਂ ਨਾਲ ਸੰਵਾਦ ਤਾਂ ਅਸੀਂ ਕਰਨਾ ਹੀ ਨਹੀਂ, ਅਸੀਂ ਸੰਵਾਦ ਨਹੀਂ ਕਰਨਾ, ਅਸੀਂ ਸਿੰਗਲ ਟਰੈਕ ਆਪਣੀ ਗੱਲ ਕਹਿਣੀ ਹੈ। ਇਹ ਜਮਹੂਰੀਅਤ ਨਹੀਂ ਹੁੰਦੀ। ਜਮਹੂਰੀਅਤ ਤਾਂ ਇਦੋਂ ਬਹੁਤ ਉਲਟ ਹੁੰਦੀ ਹੈ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਇਸਤੇਮਾਲ ਕੀਤਾ ਸੀ ਇੱਕ ਪ੍ਰੋਗਰਾਮ ਦੇ ਵਿੱਚ, ਨਰਿੰਦਰ ਮੋਦੀ ਨੇ, ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕੁਛ ਕਹੀਏ। ਉਹਦੇ ਸਭ ਤੋਂ ਪਹਿਲਾਂ ਸੀ ਕੁਛ ਸੁਣੀਏ। ਜੇ ਤੁਸੀਂ ਗੁਰਬਾਣੀ ਦਾ ਇਸਤੇਮਾਲ ਕਰਦੇ ਹੋ ਤਾਂ ਉਹਦੇ ਤੇ ਅਮਲ ਵੀ ਕਰੋ। ਪਹਿਲਾਂ ਸੁਣੋ ਲੋਕ ਕੀ ਕਹਿੰਦੇ ਨੇ, ਉਦੋਂ ਬਾਅਦ ਆਪਣੀ ਕਹਿਓ। ਔਰ ਉਹ ਸੰਵਾਦ ਵੀ ਇਹੋ ਜਿਹਾ ਕਿ ਜਿਹੜਾ ਬੈਠ ਕੇ ਹੋਣਾ, ਆਦਾਨ ਪ੍ਰਦਾਨ ਹੋਣਾ। ਤੇ ਤੁਸੀਂ ਤਾਂ ਅੱਜ ਤੱਕ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੋ। ਨਰਿੰਦਰ ਮੋਦੀ ਨੇ ਤਾਂ ਅੱਜ ਤੱਕ ਸੱਦਾ ਵੀ ਨਹੀਂ ਦਿੱਤਾ, ਕਦੇ ਕਿਸੇ ਮੀਟਿੰਗ 'ਚ ਨਹੀਂ ਆਏ, ਕਦੇ ਕਿਸੇ ਦੀ ਗੱਲ। ਠੀਕ ਹੈ, ਜਦੋਂ ਤੁਹਾਨੂੰ ਕੋਈ ਗੱਲ ਫਿੱਟ ਆਉਂਦੀ ਹੈ ਉਦੋਂ ਤੁਸੀਂ ਉਹ ਠੇਲ ਦਿੰਦੇ ਹੋ ਕੇਵਲ ਇੰਨੇ ਮਾਮਲੇ 'ਚ। ਸਿਧਾਂਤਕ ਹਲਕਾਪਣ ਨਹੀਂ ਹੁੰਦਾ, ਇਹ ਇੱਕ ਜੀਵਨ ਜਾਂਚ ਹੁੰਦੀ ਹੈ। ਤੁਸੀਂ ਉਦੋਂ ਉਲਟ ਜੀਵਨ ਜਾਂਚ ਤੇ ਚੱਲ ਰਹੇ ਹੋ ਤੇ ਇਹ ਬਣਾਉਣ ਦਾ ਇੱਕ ਡਰਾਮਾ ਕਰ ਰਹੇ ਹੋ। ਇਸ ਕਰਕੇ ਮਨ ਕੀ ਬਾਤ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਤੋਂ ਲੈ ਕੇ ਹੀ ਤੁਸੀਂ ਪ੍ਰੈਸ ਦੇ ਸਾਹਮਣੇ ਆਪਣੇ ਆਪ ਨੂੰ ਤਿਆਰ ਨਹੀਂ ਸਵਾਲ ਕਰਨ ਲਈ, ਤੁਸੀਂ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਨਹੀਂ ਕਰ ਰਹੇ ਸਵਾਲ ਪੁੱਛਣ ਦੇ ਲਈ, ਤੁਸੀਂ ਕਿਸੇ ਡੈਲੀਗੇਸ਼ਨਾਂ ਨੂੰ ਮਿਲਣ ਲਈ ਤਿਆਰ ਨਹੀਂ ਹੋ, ਤਾਂ ਇਹ ਵਨ ਵੇ ਟ੍ਰੈਫਿਕ ਦਾ ਤਰੀਕਾ, ਜਮਹੂਰੀ ਪ੍ਰਬੰਧ ਦਾ ਤਰੀਕਾ ਨਹੀਂ ਹੁੰਦਾ। ਔਰ ਇਹ ਗੱਲ ਲੋਕਾਂ ਨੂੰ ਹੌਲੀ ਹੌਲੀ ਸਮਝ ਆਉਣ ਲੱਗ ਗਈ ਹੈ। ਹਮੀਰ ਸਿੰਘ ਜੀ, ਕੱਲ ਨੂੰ 29 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨੇ ਕੇਂਦਰ ਨਾਲ ਮੀਟਿੰਗ ਦੀ ਜਿਹੜੀ ਪੇਸ਼ਕਸ਼ ਕੀਤੀ ਸੀ, ਕੀ ਤੁਹਾਨੂੰ ਇਸ 'ਚ ਲੱਗਦਾ ਹੈ ਵੀ ਕਿ ਕਿਸਾਨਾਂ ਨੇ ਜਿਹੜੀ ਪ੍ਰਪੋਜ਼ਲ ਭੇਜੀ ਸੀ, ਇਹ ਮੀਟਿੰਗ ਉਸ ਪ੍ਰਪੋਜ਼ਲ ਤੋਂ ਹੀ ਸ਼ੁਰੂ ਹੋਏਗੀ? ਉਸੇ ਜਿਹੜੀ ਪ੍ਰਪੋਜ਼ਲ ਭੇਜੀ ਗਈ ਗੱਲਬਾਤ ਉੱਥੋਂ ਹੀ ਸ਼ੁਰੂ ਹੋਏਗੀ? ਬਿਲਕੁਲ। ਵੈਸੇ ਤਾਂ ਜੇ ਅਖਲਾਕੀ ਤੌਰ ਤੇ ਕਿਹਾ ਜਾਵੇ, ਜਦੋਂ ਗਵਰਨਮੈਂਟ ਆਫ ਇੰਡੀਆ ਇਹ ਕਹਿ ਰਹੀ ਹੈ ਕਿ ਤੁਸੀਂ ਰੱਖੋ ਜੀ ਮੀਟਿੰਗ, ਸਾਨੂੰ ਤਾਂ ਦੱਸ ਦਿਓ, ਤਾਂ ਜਿਹਨੂੰ ਤੁਸੀਂ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਰੱਖੋ, ਤਾਂ ਏਜੰਡਾ ਉਹਦਾ ਉੱਥੋਂ ਹੀ ਸ਼ੁਰੂ ਹੋਣਾ ਚਾਹੀਦਾ ਜਿੱਥੋਂ ਜਿਹਨੇ ਮੀਟਿੰਗ ਰੱਖੀ ਹੈ। ਜੇ ਗਵਰਨਮੈਂਟ ਮੀਟਿੰਗ ਰੱਖਦੀ ਸੀ ਤਾਂ ਉਹਦੇ ਏਜੰਡੇ ਤੋਂ ਸ਼ੁਰੂ ਹੁੰਦਾ ਸੀ, ਤੇ ਅੱਜ ਕਿਸਾਨਾਂ ਦੇ ਏਜੰਡੇ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਜਿੱਥੋਂ ਉਹ ਕਹਿੰਦੇ ਨੇ। ਉਹਨਾਂ ਨੇ ਅੱਜ ਮੀਟਿੰਗ ਦੇ ਵਿੱਚ ਇਹੀ ਕਿਹਾ ਕਿ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਹ ਬਿੱਲ ਵਾਪਸ ਲੈਣ ਦੀ ਪ੍ਰਕਿਰਿਆ ਕੀ ਹੋਏਗੀ, ਉਹ ਦੱਸੋ। ਉੱਥੋਂ ਸ਼ੁਰੂ ਕਰੋ ਤੁਸੀਂ। ਪਰ ਲੱਗਦਾ ਨਹੀਂ ਹੈ ਕਿ ਐਡੇ ਜੇ ਅਖਲਾਕਵਾਨ ਹੋਵੇ ਜਾਂ ਅਖਲਾਕ ਤੇ ਪਹਿਰਾ ਦੇਵੇ ਗਵਰਨਮੈਂਟ, ਤਾਂ ਬਾਰ-ਬਾਰ ਬੇਤੁਕੀਆਂ ਗੱਲਾਂ ਨਾ ਕਰੇ। ਕਦੇ ਕੋਈ ਮੰਤਰੀ ਕੁਛ ਕਹਿ ਦਿੰਦਾ, ਦੂਜਾ ਮੰਤਰੀ ਕੁਛ ਕਹਿ ਦਿੰਦਾ, ਤੀਜਾ ਮੰਤਰੀ ਕੁਛ ਕਹਿ ਦਿੰਦਾ, ਤੇ ਮੈਨੂੰ ਲੱਗਦਾ ਨਹੀਂ ਕਿ ਉਸ ਗੱਲ ਤੇ ਸ਼ੁਰੂ ਹੋਵੇ। ਪਰ ਜਿੱਥੋਂ ਵੀ ਹੋਏਗੀ, ਚਲੋ ਗੱਲਬਾਤ ਤੇ ਚੱਲਣੀ ਫਿਰ ਵੀ ਠੀਕ ਗੱਲ ਹੁੰਦੀ ਹੈ। ਔਰ ਇਹ ਤੋਂ ਬਾਅਦ ਪਤਾ ਲੱਗ ਜਾਏਗਾ ਕਿ ਉਸ ਗੱਲ ਤੇ ਹੈ ਕਿ ਨਹੀਂ। ਮੈਨੂੰ ਨਹੀਂ ਲੱਗਦਾ ਕਿ ਇਸ ਮੀਟਿੰਗ 'ਚੋਂ ਕੋਈ ਸਿੱਟਾ ਨਿਕਲੇਗਾ। ਸਿੱਟਾ ਉਦੋਂ ਨਿਕਲਦਾ ਹੈ ਜਦੋਂ ਤੁਸੀਂ ਬਹੁਤ ਦਿਆਨਤਦਾਰ ਹੋ ਕੇ ਸਾਰੀਆਂ ਚੀਜ਼ਾਂ ਦੇਖਦੇ ਹੋ ਔਰ ਦੇਖ ਕੇ ਉਸ ਗੱਲ ਦੇ ਉੱਤੇ ਫਿਰ ਮਸਲੇ ਨੂੰ ਨਿਪਟਾਉਣ ਦੇ ਲਈ ਤਿਆਰ ਹੁੰਦੇ ਹੋ। ਤੇ ਅਜੇ ਤਾਂ ਤੁਸੀਂ ਅੜੀ ਕਰ ਰਹੇ ਹੋ ਇੱਕ ਦੂਜੇ ਨਾਲ, ਉਹ ਖੇਡ ਰਹੇ ਹੋ ਕਿ ਸਟ੍ਰੈਟਜੀ ਦੀ, ਰਣਨੀਤੀ ਦੀ, ਕਿ ਮੈਂ ਉਹਨੂੰ ਥਕਾਉਣਾ ਹੈ, ਮੈਂ ਉਹਦੀ ਗੱਲ ਨੂੰ ਕਿਵੇਂ ਲੋਕਾਂ ਦੇ ਵਿੱਚ ਪ੍ਰਚਾਰਨਾ ਕਿ ਉਹ ਠੀਕ ਨਹੀਂ ਹੈ, ਤੇ ਦੂਜੀ ਧਿਰ ਜੇ ਐਂ ਕਹੇ। ਪਰ ਜਦੋਂ ਤੁਸੀਂ ਇਹ ਕਹੋਗੇ, ਗੱਲਬਾਤ ਦੀ ਮੇਜ਼ ਤੇ ਜਾਓਗੇ, ਮੈਨੂੰ ਲੱਗਦਾ ਸਰਕਾਰ ਦੀ ਇਹ ਅਖਲਾਕੀ ਹਾਰ ਹੈ। ਆਪਣੇ ਵੱਲੋਂ ਗੱਲਬਾਤ ਦਾ ਸੱਦਾ ਦੇਣ ਦੀ ਬਜਾਏ ਕਿਸਾਨਾਂ ਦੇ ਸੱਦੇ ਤੇ ਆ ਰਹੀ ਹੈ। ਹੁਣ ਪਹਿਲੀ ਗੱਲ ਤਾਂ ਇੰਨੀ ਹੋਏ। ਹੁਣ ਇਸ ਗੱਲਬਾਤ ਦੇ ਵਿੱਚ ਜੇ ਕੋਈ ਨਹੀਂ ਨਿਕਲਦਾ ਤਾਂ ਇਦੋਂ ਬਾਅਦ ਗੱਲਬਾਤ ਕੰਟੀਨਿਊਟੀ ਕਿਵੇਂ ਰੱਖੀ ਜਾਏਗੀ? ਜੇ ਸਰਕਾਰ 2 ਕਦਮ ਅੱਗੇ ਹੋਰ ਨਹੀਂ ਵਧਾਉਂਦੀ ਤਾਂ ਗੱਲਬਾਤ ਦੀ ਲਗਾਤਾਰਤਾ ਰਹਿਣਾ ਬੜਾ ਮੁਸ਼ਕਲ ਹੈ। ਉਸ ਨੂੰ ਅੱਗੇ ਵੀ ਵਧਣਾ ਪਏਗਾ, ਉਸ ਗੱਲਬਾਤ ਨੂੰ ਹੋਰ ਤਰੀਕੇ ਦੇ ਨਾਲ। ਔਰ ਤੁਹਾਡੇ ਸਾਹਮਣੇ ਹੈ ਕਿ ਇਸ ਕਰਕੇ ਅੱਗੇ ਵਧਣਾ ਪਏਗਾ। ਹੁਣ ਬੀਜੇਪੀ ਦੇ ਅੰਦਰ ਵੀ ਇੱਕ ਹਿੱਸਾ ਇਹ ਗੱਲ ਮੰਨਣ ਲੱਗ ਗਿਆ ਕਿ ਉਹਨਾਂ ਦਾ ਨੁਕਸਾਨ ਹੋ ਰਿਹਾ ਦੇਸ਼ ਦੇ ਵਿੱਚ, ਵਿਦੇਸ਼ ਦੇ ਵਿੱਚ, ਛਵੀ ਦੇ ਵਿੱਚ, ਬਾਕੀ ਚੀਜ਼ਾਂ ਦੇ ਵਿੱਚ। ਈਵਨ ਪ੍ਰਧਾਨ ਮੰਤਰੀ ਦੀ ਛਵੀ ਨੂੰ ਵੀ ਅਸਰ ਪੈ ਰਿਹਾ। ਜਿਹੜੇ ਪ੍ਰਧਾਨ ਮੰਤਰੀ ਨੇ ਵਿਦੇਸ਼ਾਂ 'ਚ ਜਾ ਕੇ ਐਡੀਆਂ ਰੈਲੀਆਂ ਕੀਤੀਆਂ, ਮੋਦੀ ਕਹਾਇਆ, ਲੋਕਾਂ ਤੋਂ ਤਾੜੀਆਂ ਵਜਵਾਈਆਂ, ਅੱਜ ਉਹ ਸਾਰੇ ਦੇਸ਼ ਲੋਕ ਦੇਖ ਹੀ ਰਹੇ ਨੇ ਨਾ ਕਿ ਲੱਖਾਂ ਦੀ ਤਾਦਾਦ 'ਚ ਬੰਦੇ 3 ਮਹੀਨਿਆਂ ਤੋਂ ਘਰਾਂ ਤੋਂ ਬਾਹਰ ਨੇ। 1 ਮਹੀਨੇ ਤੋਂ ਵੱਧ ਸਮੇਂ ਤੋਂ ਤਾਂ ਉਹ ਕੜਕਦੀ ਠੰਡ ਦੇ ਵਿੱਚ ਬੈਠੇ ਹੋਏ ਨੇ ਦਿੱਲੀ ਦੇ ਵਿੱਚ। ਇਟ ਮੀਨਜ਼ ਸਰਕਾਰ ਕੀ ਕਰ ਰਹੀ ਹੈ? ਜਦੋਂ ਇਹ ਇੱਕ ਮੈਸੇਜ ਦਿੱਤਾ ਗਿਆ ਕਿ ਦੇਸ਼ ਮੋਦੀ ਦੇ ਨਾਲ ਹੈ, ਤਾਂ ਦੇਸ਼ ਕਿੱਥੇ ਆ ਮੋਦੀ ਦੇ ਨਾਲ? ਇਹਦਾ ਮਤਲਬ ਤਾਂ ਇਹ ਸਾਬਤ ਹੋ ਗਿਆ, ਸਾਡੇ ਸਾਹਮਣੇ ਹੈ। ਇਸ ਲਈ ਉਹ ਬਣੀ ਹੋਈ ਛਵੀ ਨੂੰ ਨੁਕਸਾਨ ਪਹੁੰਚ ਰਿਹਾ ਜਿੰਨਾ ਲੰਮਾ ਸਮਾਂ ਚੱਲ ਰਿਹਾ। ਇਹ ਗੱਲ ਜੇ ਸਮਝ ਆਏ, ਜੇ ਆਪਣੇ ਲੋਕਾਂ ਦੀ ਤਰ੍ਹਾਂ ਗੱਲ ਕਰੀ, ਜੇ ਪ੍ਰਧਾਨ ਮੰਤਰੀ ਸਿੰਘੂ ਬਾਰਡਰ ਤੇ ਆ ਕੇ ਕਹਿਣ
ਕਿ ਅਸੀਂ ਤਾਂ ਤੁਹਾਡੇ ਭਲੇ ਲਈ ਬਣਾਏ ਸੀ ਕਾਨੂੰਨ, ਜੇ ਤੁਹਾਨੂੰ ਨਹੀਂ ਲੱਗਦੇ ਤਾਂ ਅਸੀਂ ਵਾਪਸ ਲੈ ਲੈਂਦੇ ਹਾਂ। ਜਮਹੂਰੀ ਤਰੀਕਾ ਤਾਂ ਇਹ ਹੁੰਦਾ ਹੈ। ਸ਼ਾਇਦ ਉਹ ਬੱਲੇ ਬੱਲੇ ਵੀ ਖੱਟ ਸਕਦੇ ਨੇ ਜੇਕਰ ਇਹ ਤਰੀਕਾ ਕਰਨ, ਨਹੀਂ ਤਾਂ ਜੇ ਲੜਾਈ ਲੜ ਕੇ ਹੀ ਜਦੋਂ ਮਜਬੂਰੀ ਬਸ ਵਾਪਸ ਲੈਣੇ ਪੈਣਗੇ ਫਿਰ ਤਾਂ ਠੀਕ ਹੈ, ਫਿਰ ਤਾਂ ਉਹ ਸਾਰਾ ਕੁਝ ਹੀ ਤੁਹਾਨੂੰ ਝੱਲਣਾ ਹੀ ਪਏਗਾ, ਤੁਹਾਨੂੰ ਬਦਨਾਮੀ ਵੀ ਝੱਲਣੀ ਪਏਗੀ ਤੇ ਕਾਨੂੰਨ ਵੀ ਵਾਪਸ ਲੈਣੇ ਪੈਣਗੇ। ਤੇ ਉਦੋਂ ਅਗਲਾ ਸਵਾਲ ਸ਼ਾਇਦ ਇਹ ਮੋਦੀ ਹਟਾਓ ਦੇ ਨਾਅਰੇ ਤੱਕ ਵੀ ਚਲਾ ਜਾਏ। ਜੇਕਰ ਇੱਥੇ ਹੀ ਰਹੂਗੀ ਗੱਲ ਤਾਂ ਕਿਤੇ ਨਾ ਕਿਤੇ ਤਾਂ ਕੋਈ ਚੀਜ਼ ਵੱਧਦੀ ਹੋ ਨਾ। ਜਿਸ ਤਰੀਕੇ ਦੇ ਨਾਲ ਹੁਣ ਉੱਤਰਾਖੰਡ, ਯੂਪੀ, ਕਰਨਾਟਕਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਸਾਰੇ ਕਿਤੋਂ ਕਿਸਾਨਾਂ ਦੇ ਵਿੱਚ ਇੱਕ ਜਾਗਰੂਕਤਾ ਮੁਹਿੰਮ ਚੱਲ ਰਹੀ ਹੈ ਉਸ ਪੱਧਰ ਦੀ, ਤਾਂ ਇਹ ਅੰਦੋਲਨ ਇੱਕ ਐਸਾ ਅੰਦੋਲਨ ਬਣਦਾ ਜਾ ਰਿਹਾ ਹੈ ਜਿਹੜੇ ਅੰਦੋਲਨ ਦੀ ਕਾਟ ਬੀਜੇਪੀ ਜਾਂ ਬੀਜੇਪੀ ਦੀ ਸਰਕਾਰ ਕੋਲ ਨਹੀਂ ਹੈ। ਉਹਨਾਂ ਨੇ ਦੂਜੇ ਮੈਦਾਨ 'ਚ ਖੇਲਣ ਦੀ ਜਾਚ ਸਿੱਖੀ ਹੈ, ਜਿਹੜਾ ਮੈਦਾਨ ਜਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ, ਕਿਸੇ ਨਾ ਕਿਸੇ ਆਧਾਰ ਤੇ ਲੋਕਾਂ ਨੂੰ ਲੜਾ ਕੇ ਬਹੁਗਿਣਤੀ ਨੂੰ ਆਪਣੇ ਨਾਲ ਜੋੜਨ ਦਾ ਸੀ। ਇਹ ਮੈਦਾਨ ਸਰਬੱਤ ਦੇ ਭਲੇ ਦਾ ਮੈਦਾਨ ਹੈ ਤੇ ਇਸ ਮੈਦਾਨ 'ਚ ਖੇਡਣ ਦੀ ਜਾਚ ਉਹਨਾਂ ਨੂੰ ਨਹੀਂ ਹੈ। ਜਿਵੇਂ ਕਹਿੰਦੇ ਸੀ ਕਿ ਮਹਾਭਾਰਤ ਦੇ ਵਿੱਚ ਇੱਕ ਜ਼ਿਕਰ ਆਉਂਦਾ ਕਿ ਅਭਿਮਨਿਊ ਨੂੰ ਜੰਗ ਦੇ ਮੈਦਾਨ 'ਚ ਜਾਣ ਦਾ ਤਾਂ ਪਤਾ ਸੀ ਤੇ ਬਾਹਰ ਦਾ ਉਹਨੂੰ ਨਹੀਂ ਪਤਾ ਲੱਗਿਆ, ਕਿਉਂਕਿ ਉਸ ਸਮੇਂ ਉਹ ਕਹਾਣੀ ਜਿਹੜੀ ਸੁਣਾਈ ਜਾ ਰਹੀ ਸੀ ਉਹਨੂੰ ਪਤਾ ਨਹੀਂ ਹੈ। ਤੇ ਮੈਨੂੰ ਲੱਗਦਾ ਇਹੋ ਜਿਹੇ ਵਿਉਹ ਚੱਕਰ 'ਚ ਜਿਹੜਾ ਫਸ ਗਈ ਹੈ ਮੋਦੀ ਸਰਕਾਰ, ਉਹਨੂੰ ਹੁਣ ਉਹਦੇ 'ਚੋਂ ਨਿਕਲਣ ਦਾ ਸ਼ਬਦ ਨਹੀਂ ਪਤਾ ਨਹੀਂ ਹੈ। ਨਿਕਲਣ ਦਾ ਇੱਕੋ ਇੱਕ ਤਰੀਕਾ ਹੈ, ਲੋਕਾਂ ਦੀ ਮੰਨੋ ਜੀ, ਔਰ ਲੋਕਾਂ ਦੀ ਮੰਨ ਕੇ ਤੁਸੀਂ ਆਪਣੇ ਆਪ ਨੂੰ ਵਡੱਪਣ ਦੇ ਸਕਦੇ ਹੋ। ਲੋਕਾਂ ਦੀ ਨਾ ਮੰਨ ਕੇ ਤੁਸੀਂ ਬਹੁਤ ਦੇਰ ਗੱਦੀ ਨੂੰ ਐਸੇ ਤਰੀਕੇ ਨਾਲ ਨਹੀਂ ਚਲਾ ਸਕਦੇ। ਇਹ ਪੁਰਾਣੇ ਤਰੀਕੇ ਨਹੀਂ ਹੈ, ਛੋਟੇ ਛੋਟੇ ਅੰਦੋਲਨ ਨਹੀਂ ਹੈ। ਇਹ ਅੰਦੋਲਨ ਲੋਕਾਂ ਦੇ ਘਰ ਘਰ ਦਾ ਅੰਦੋਲਨ ਬਣ ਗਿਆ, ਜੀਵਨ ਜਾਂਚ ਦਾ ਹਿੱਸਾ ਬਣ ਗਿਆ। ਜਿਹੜੀ ਚੀਜ਼ ਜੀਵਨ ਜਾਂਚ ਦਾ ਹਿੱਸਾ ਬਣ ਜੇ ਉਹ ਥਕੇਵਾਂ ਤੇ ਅਕੇਵਾਂ ਨਹੀਂ ਦਿੰਦੀ, ਇਸ ਕਰਕੇ ਉਹ ਸੁਭਾਵਿਕ ਅੰਦੋਲਨ ਹੈ। ਇਸ ਅੰਦੋਲਨ ਦੀ ਵਿਲੱਖਣਤਾ ਨੂੰ ਸਮਝਣਾ ਸਰਕਾਰ ਲਈ ਬਹੁਤ ਜ਼ਰੂਰੀ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।